ਹੈਲੋ ਮਾਈ ਡੀਅਰ ਸਟੂਡੈਂਟ ਆਫ 6th ਕਲਾਸ। ਕੀ ਹਾਲ ਹੈ ਬੇਟਾ ਜੀ? ਤੁਹਾਡਾ ਕੱਲ੍ਹ ਸਾਇੰਸ ਦਾ ਪੇਪਰ ਹੋਇਆ ਹੈ, ਤਾਂ ਉਸ ਸਾਇੰਸ ਦੇ ਪੇਪਰ ਨੂੰ ਅਸੀਂ ਅੱਜ ਉਹਦਾ ਸੋਲਿਊਸ਼ਨ ਦੇਖਾਂਗੇ, ਉਹਨੂੰ ਸੋਲਵ ਕਰਕੇ ਦੇਖਾਂਗੇ। ਸਭ ਤੋਂ ਪਹਿਲੇ ਅਸੀਂ ਆਪਣੀ ਡਿਸਟ੍ਰਿਕਟ ਚੁਣੀ ਜੀ। 6ਵੀਂ ਕਲਾਸ ਨੇ, ਪਿਆਰੇ ਪਿਆਰੇ ਬੱਚਿਆਂ ਨੇ। ਫਿਰ ਮੈਡਮ ਨੇ, ਸਰ ਨੇ ਇਹਨਾਂ ਨੂੰ ਆਈਡੀ ਯਾਦ ਕਰਾਈ ਹੋਈ ਸੀ। ਇਹਨਾਂ ਨੇ ਆਪਣੀ ਆਈਡੀ ਨੂੰ ਅੱਛੀ ਤਰ੍ਹਾਂ ਭਰਿਆ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਕੁਐਸਚਨ ਪੜ੍ਹਨੇ ਸ਼ੁਰੂ ਕੀਤੇ। ਤੇ ਪਹਿਲਾ ਕੁਐਸਚਨ ਕੀ ਸੀ? ਰਾਜੂ ਇਜ਼ ਸਵੈਟਿੰਗ ਟੂ ਮਚ, ਵਿਚ ਟਾਈਪ ਆਫ ਕਲੋਥ ਵਿਲ ਕੀਪ ਹਿਮ ਕੰਫਰਟੇਬਲ। ਰਾਜੂ ਨੂੰ ਬਹੁਤ ਪਸੀਨਾ ਆ ਰਿਹਾ ਸੀ, ਕਿਹੜੀ ਕਿਸਮ ਦੇ ਕੱਪੜੇ ਉਸਨੂੰ ਆਰਾਮਦੇਹ ਹੋਣਗੇ? ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੈ ਨਾ ਪਸੀਨਾ ਕਦੋਂ ਆਉਂਦਾ ਹੈ? ਨਾ ਸਰਦੀਆਂ 'ਚ ਆਉਂਦਾ ਹੈ, ਪਸੀਨਾ ਆਉਂਦਾ ਗਰਮੀਆਂ 'ਚ। ਇਹਦੀ ਆਪਸ਼ਨ ਸੀ ਵੁਲਨ ਕਲੋਥ, ਊਨੀ ਕੱਪੜੇ। ਊਨੀ ਕੱਪੜੇ ਤਾਂ ਹੋ ਹੀ ਨਹੀਂ ਸਕਦੇ ਕਿਉਂਕਿ ਆਪਾਂ ਉਹ ਸਰਦੀ 'ਚ ਪਾਉਂਦੇ ਹਾਂ। ਨਾਈਲਨ ਕਲੋਥ 'ਚ ਵੀ ਸਾਨੂੰ ਗਰਮੀ ਲੱਗਦੀ ਹੈ, ਠੀਕ ਹੈ ਜੀ। ਸਿਲਕ ਦੇ ਕਲੋਥ 'ਚ ਵੀ ਪਸੀਨੇ ਆਉਂਦੇ ਨੇ, ਅਤੇ ਕਿਹਦੇ 'ਚ ਪਸੀਨੇ ਨਹੀਂ ਆਉਂਦੇ? ਕਾਟਨ ਕਲੋਥਸ 'ਚ, ਸੂਤੀ ਕੱਪੜੇ 'ਚ, ਜਿਹੜਾ ਆਪਾਂ ਕਿਹੜੇ ਮੌਸਮ 'ਚ ਪਾਉਂਦੇ ਹਾਂ? ਗਰਮੀਆਂ ਦੇ ਮੌਸਮ 'ਚ, ਠੀਕ ਹੈ ਡੀਅਰ ਸਟੂਡੈਂਟਸ। ਚਲੋ ਜੀ, ਸੈਕਿੰਡ ਗੱਲ ਕਰਦੇ ਹਾਂ। ਪਹੇਲੀ ਵਾਂਟਸ ਟੂ ਪ੍ਰੈਜ਼ੈਂਟ ਹਰ ਫਰੈਂਡ ਅ ਗਿਫਟ ਮੇਡ ਅਪ ਆਫ ਪਲਾਂਟ ਫਾਈਬਰ, ਵਿਚ ਆਊਟ ਆਫ ਦ ਫੋਲੋਇੰਗ ਵਿਲ ਸ਼ੀ ਸਿਲੈਕਟ? ਬੜਾ ਇੰਪੋਰਟੈਂਟ ਵਰਡ ਹੈ ਪਲਾਂਟ ਫਾਈਬਰ, ਮਤਲਬ ਪੌਦੇ ਰੇਸ਼ੇ ਤੋਂ। ਪਹੇਲੀ ਆਪਣੀ ਸਹੇਲੀ ਨੂੰ ਪੌਦੇ ਰੇਸ਼ੇ ਨਾਲ ਬਣਿਆ ਇੱਕ ਉਪਹਾਰ ਦੇਣਾ ਚਾਹੁੰਦੀ ਸੀ, ਅਤੇ ਹੇਠ ਲਿਖਿਆ ਵਿੱਚੋਂ ਕਿਸ ਨੂੰ ਚੁਣੇਗੀ? ਇਸ ਤੱਥ ਨੂੰ ਕਿਹੜੀ ਕੀਮਤ ਦਾ ਪ੍ਰਦਰਸ਼ਨ ਹੁੰਦਾ ਹੈ? ਬੇਟਾ ਜੀ, ਇੱਕ ਗੱਲ ਤੁਸੀਂ ਮੇਰੀ ਯਾਦ ਰੱਖਣੀ ਹੈ। ਜੇ ਤੁਸੀਂ ਪੌਦਾ ਰੇਸ਼ਾ ਅਤੇ ਜੰਤੂ ਰੇਸ਼ਾ ਚੁਣਨਾ ਹੈ ਤਾਂ ਸਭ ਤੋਂ ਪਹਿਲੇ ਤੁਹਾਨੂੰ ਪੌਦੇ ਰੇਸ਼ੇ ਬਾਰੇ ਗਿਆਨ ਹੋਣਾ ਚਾਹੀਦਾ ਹੈ। ਹੁਣ ਦੇਖੋ ਜੀ, ਸਿਲਕ ਸਾੜੀ ਤਾਂ ਬਣਦੀ ਹੈ ਰੇਸ਼ਮ ਤੋਂ, ਰੇਸ਼ਮ ਬਣਦਾ ਰੇਸ਼ਮ ਦੇ ਕੀੜੇ ਤੋਂ। ਵੂਲਨ ਸ਼ਾਲ ਬਣਦੀ ਹੈ ਵੂਲ ਤੋਂ, ਵੂਲ ਮਿਲਦੀ ਹੈ ਸ਼ੀਪ ਤੋਂ, ਇਹ ਵੀ ਜੰਤੂ ਰੇਸ਼ਾ ਹੋ ਗਿਆ। ਨਾਈਲਨ ਆਰਟੀਫਿਸ਼ੀਅਲ ਹੈ, ਤਾਂ ਫਿਰ ਕਿਹੜਾ ਰਹਿ ਗਿਆ? ਜੂਟ ਬੈਗ, ਪਟਸਨ ਦੀ ਥੈਲੀ, ਕਿਉਂਕਿ ਪਟਸਨ ਦੀ ਥੈਲੀ ਇੱਥੇ ਕਿਹੜੀ ਕੀਮਤ ਰਿਪਰੈਜ਼ੈਂਟ ਕਰ ਰਹੀ ਹੈ? ਫਰੈਂਡਸ਼ਿਪ, ਦੋਸਤੀ ਦੀ। ਇਸ ਲਈ ਉਹ ਇਸ ਨੂੰ ਚੁਣੇਗੀ, ਠੀਕ ਹੈ ਡੀਅਰ ਸਟੂਡੈਂਟਸ। ਚਲੋ ਜੀ, ਥਰਡ ਕੁਐਸਚਨ ਕਰਦੇ ਹਾਂ। ਵਿਚ ਆਫ ਦ ਫੋਲੋਇੰਗ ਫਾਈਬਰ ਔਨ ਬਰਨਿੰਗ ਸਮੈਲ ਲਾਈਕ ਬਰਨਿੰਗ ਹੇਅਰ? ਕਿਹੜਾ ਜਿਹੜਾ ਜੀ ਹੇਠ ਲਿਖਿਆ ਚੋ ਰੇਸ਼ਾ ਜਲਾਉਣ 'ਤੇ ਸੜਦੇ ਹੋਏ ਵਾਲਾਂ ਵਰਗੀ ਗੰਧ ਦਿੰਦਾ ਹੈ? ਬੇਟਾ ਜੀ, ਕਾਟਨ, ਫਲੈਕਸ, ਵੂਲ ਕੇ ਜੂਟ? ਜਦੋਂ ਉੱਨ ਕਿਤੇ ਸੜਦੀ ਹੈ ਨਾ, ਤੇ ਸਾਨੂੰ ਇਹ ਲੱਗਦਾ ਹੈ ਕਿ ਜਿੱਦਾਂ ਵਾਲ ਸੜ ਰਹੇ ਹੁੰਦੇ ਹਨ। ਇਹਦਾ ਮਤਲਬ ਇਹਦੀ ਸਹੀ ਆਪਸ਼ਨ ਕੀ ਹੈ? ਵੂਲ, ਠੀਕ ਹੈ ਡੀਅਰ ਸਟੂਡੈਂਟਸ। ਵੂਲ, ਸੈਲੂਲੋਜ਼ ਐਸੀਟੇਟ, ਸੈਲੂਲੋਜ਼ ਦਾ ਵੂਲ ਬਣਿਆ ਹੁੰਦਾ ਹੈ। ਚਲੋ ਜੀ, ਫੋਰਥ ਕੁਐਸਚਨ ਬਹੁਤ ਇੰਪੋਰਟੈਂਟ ਸੀ, ਬੜੇ ਬੱਚੇ 'ਚ ਕਨਫਿਊਜ਼ ਹੋਏ। ਅੱਛਾ ਜੀ, ਕੀ ਸੀ ਕੁਐਸਚਨ? ਯੂ ਆਰ ਪ੍ਰੋਵਾਈਡਡ ਵਿਦ 3 ਸਕੇਲਸ A, B and C ਐਜ਼ ਸ਼ੋਨ ਬਿਲੋ ਫॉर ਕਰੈਕਟ ਮੇਜਰ ਆਫ ਲੈਂਥ, ਵਿਚ ਆਫ ਦ ਫੋਲੋਇੰਗ ਯੂ ਯੂਜ਼? ਤੁਹਾਨੂੰ 3 ਸਕੇਲ ਦਿੱਤੇ ਗਏ ਹਨ A, B ਅਤੇ C, ਜਿਸ ਤਰ੍ਹਾਂ ਦੇ ਚਿੱਤਰ ਵਿੱਚ ਦਰਸਾਇਆ ਗਿਆ ਹੈ। ਲੰਬਾਈ ਦੇ ਸਹੀ ਮਾਪ ਲਈ ਤੁਸੀਂ ਜਿਹੜਾ ਸਕੇਲ ਹੈ ਵਰਤੋਗੇ? A, B ਕਿ C? ਪਿਆਰੇ ਵਿਦਿਆਰਥੀਓ, A ਸਕੇਲ ਨੂੰ ਧਿਆਨ ਨਾਲ ਦੇਖੋ, ਇਹਦੀ ਅਗਲੀ 0 ਨਹੀਂ ਹੈ। B ਸਕੇਲ ਵਿੱਚੋਂ ਟੁੱਟਿਆ ਹੋਇਆ ਹੈ ਅਤੇ C ਸਕੇਲ ਪਿੱਛੋਂ ਟੁੱਟਿਆ ਹੋਇਆ ਹੈ। ਇਹਦਾ ਮਤਲਬ A ਸਕੇਲ ਨਾਲ ਵੀ ਮੇਜਰਮੈਂਟ ਨਹੀਂ ਸਹੀ ਹੋ ਸਕਦੀ, B ਨਾਲ ਵੀ ਨਹੀਂ। ਜੇ C ਨਾਲ ਆਪਾਂ ਮੇਜਰ ਕਰਨਾ ਚਾਹੀਏ ਤੇ 12 ਤੋਂ ਬਾਅਦ ਅਗਰ ਕੋਈ ਲੈਂਥ ਵੱਡੀ ਹੈ ਤਾਂ ਉਹਨੂੰ ਦੁਬਾਰਾ ਤੋਂ ਅੱਗੇ ਲਿਖ ਲਾਂਗੇ, ਠੀਕ ਹੈ ਨਾ। ਇਹਦਾ ਮਤਲਬ A ਆਪਸ਼ਨ ਸਹੀ ਨਹੀਂ ਹੈ, B ਨਹੀਂ ਹੈ, ਐਨੀ ਆਫ ਦੀ ਸਕੇਲਸ ਨਹੀਂ ਹੈ। ਕਿਹੜੀ ਆਪਸ਼ਨ ਸਹੀ ਹੈ? C, ਕਿਉਂਕਿ C ਦਾ ਅਗਲਾ 0 ਵੀ ਹੈ ਅਤੇ 13 ਸੈਂਟੀਮੀਟਰ ਤੱਕ C ਜਿਹੜੀ ਮੇਜਰਮੈਂਟ ਹੈ ਉਹ ਬਿਲਕੁਲ ਜਿਹੜੀ ਹੈ 12 ਤੱਕ ਸਹੀ ਦਿਖਾ ਰਿਹਾ ਹੈ। ਚਲੋ ਬੇਟਾ ਜੀ, ਫਿਫਥ ਕੁਐਸਚਨ। ਜੋਤੀ ਹੈਜ਼ ਅ ਟੋਏ ਇਨ ਹਰ ਹੈਂਡ ਵੈਨ ਸ਼ੀ ਬ੍ਰਿੰਗਸ ਇਟ ਨੀਅਰ ਅ ਮੈਗਨੇਟ, ਦ ਮੈਗਨੇਟ ਰਿਪੈਲਸ। ਜੋਤੀ ਨੇ ਆਪਣੇ ਹੱਥ 'ਚ ਇੱਕ ਟੋਏ ਫੜਿਆ, ਜਦੋਂ ਉਹ ਮੈਗਨੇਟ ਨੂੰ ਕੋਲ ਲੈ ਕੇ ਗਈ, ਯਾਨੀ ਚੁੰਬਕ ਨੂੰ ਲੈ ਕੇ ਗਈ, ਤੇ ਜਿਹੜਾ ਟੋਏ ਹੈ ਉਹ ਜਿਹੜਾ ਹੈ ਰਿਪੈਲ ਕੀਤਾ, ਉਹਨੇ ਰਿਪੈਲ ਕੀਤਾ। ਬੇਟਾ ਜੀ, ਇਹ ਬੜਾ ਇੰਪੋਰਟੈਂਟ ਵਰਡ ਹੈ, ਆਕਰਸ਼ਿਤ ਕੀਤਾ। ਜੋਤੀ ਦੇ ਹੱਥ ਵਿੱਚ ਇੱਕ ਖਿਡੌਣਾ ਹੈ, ਜਦੋਂ ਉਹ ਖਿਡੌਣਾ ਇੱਕ ਚੁੰਬਕ ਦੇ ਨੇੜੇ ਲਿਜਾਂਦੀ ਹੈ ਤਾਂ ਚੁੰਬਕ ਉਸਨੂੰ ਆਕਰਸ਼ਿਤ ਕਰਦਾ ਹੈ। ਖਿਡੌਣਾ ਡੈਸ਼ ਤੋਂ ਬਣਿਆ। ਮੇਰੇ ਪਿਆਰੇ ਵਿਦਿਆਰਥੀਓ, ਮੈਨੂੰ ਇੱਕ ਗੱਲ ਦੱਸੋ, ਜੇ ਤੁਸੀਂ ਖਿਡੌਣਾ ਤੁਹਾਡਾ ਕਿੱਥੋਂ ਬਣਿਆ ਹੋਇਆ? ਜੇ ਖਿਡੌਣਾ ਤੁਹਾਡਾ ਚੁੰਬਕੀ ਪਦਾਰਥ ਤੋਂ ਬਣਿਆ ਹੋਇਆ ਤੇ ਚੁੰਬਕ ਤੋਂ ਉਹਨੂੰ ਆਪਣੇ ਵੱਲ ਖਿੱਚੇਗੀ। ਕਿਉਂਕਿ ਚੁੰਬਕੀ ਪਦਾਰਥ ਨੂੰ ਚੁੰਬਕ ਆਪਣੇ ਵੱਲ ਖਿੱਚਦੀ ਹੈ। ਜੇ ਨੌਨ ਮੈਗਨੈਟਿਕ ਬਣਿਆ ਹੋਇਆ ਫਿਰ ਤਾਂ ਕੋਈ ਇੰਨਾ ਫਰਕ ਹੀ ਨਹੀਂ। ਇਹਦਾ ਮਤਲਬ ਜਿਹੜਾ
ਖਿਡੌਣਾ ਹੈ ਉਹ ਕਿਸ ਦਾ ਬਣਿਆ ਹੋਇਆ? ਚੁੰਬਕ ਦਾ, ਕਿਉਂਕਿ ਚੁੰਬਕ ਆਪਸ 'ਚ ਇੱਕ ਦੂਜੇ ਨੂੰ ਕੀ ਕਰਦੀਆਂ ਨੇ? ਆਕਰਸ਼ਿਤ। ਕੀ ਕਰਦੀਆਂ ਨੇ? ਆਕਰਸ਼ਿਤ। ਠੀਕ ਹੈ ਡੀਅਰ ਸਟੂਡੈਂਟਸ, ਮੇਰੇ 6ਵੀਂ ਦੇ ਛੋਟੇ ਛੋਟੇ ਬੱਚਿਆਂ ਨੂੰ ਸਮਝ ਆ ਰਹੀ ਹੈ ਗੱਲ? ਚਲੋ ਜੀ 6ਵਾਂ ਕੁਐਸਚਨ, ਵੈਨ ਦਾ ਸਵਿਚ ਆਫ ਐਨ ਇਲੈਕਟ੍ਰਿਕ ਟਾਰਚ ਇਜ਼ ਔਨ। ਜਦੋਂ ਆਪਾਂ ਟਾਰਚ ਦਾ ਸਵਿਚ ਔਨ ਕਰ ਦਿੰਦੇ ਹਾਂ, ਜਿਹੜਾ ਕਰੰਟ ਹੈ ਉਹ ਫਲੋ ਕਰਦਾ ਹੈ, ਕਿੱਥੋਂ ਫਲੋ ਕਰਦਾ ਹੈ? ਸੈੱਲ ਤੋਂ ਫਿਲਾਮੈਂਟ ਤੱਕ, ਤੇ ਇਲੈਕਟ੍ਰਿਕ ਬਲਬ ਡਿਊ ਟੂ ਵਿਚ ਇਟ ਗੈਟਸ ਡੈਸ਼ ਐਂਡ ਬਲਬ ਡੈਸ਼। ਜਦੋਂ ਇੱਕ ਬਿਜਲੀ ਟਾਰਚ ਦਾ ਸਵਿਚ ਔਨ ਸਥਿਤੀ ਵਿੱਚ ਹੁੰਦਾ ਹੈ, ਬਿਜਲੀ ਧਾਰਾ ਬਿਜਲੀ ਸੈੱਲ ਤੋਂ ਬਿਜਲੀ ਬਲਬ ਦੇ ਫਿਲਾਮੈਂਟ ਤੱਕ ਜਾਂਦੀ ਹੈ, ਜਿਸ ਦੇ ਕਾਰਨ ਡੈਸ਼ ਹੁੰਦੀ ਹੈ ਤੇ ਬਲਬ ਡੈਸ਼ ਹੋ ਜਾਂਦਾ ਜੀ। ਬੇਟਾ ਜੀ ਜਿਸ ਦੇ ਕਾਰਨ ਕੀ ਹੁੰਦਾ ਹੈ? ਦੱਸੋ ਵੀ, ਜਿਸ ਦੇ ਕਾਰਨ ਕੀ ਹੁੰਦਾ ਹੈ? ਬਲਬ ਹੀ, ਜਿਸ ਦੇ ਕਾਰਨ ਫਿਲਾਮੈਂਟ ਹੀਟ ਹੋ ਜਾਂਦਾ ਹੈ ਅਤੇ ਬਲਬ ਕੀ ਕਰ ਜਾਂਦਾ ਹੈ? ਗਲੋ ਕਰ ਜਾਂਦਾ ਹੈ, ਪ੍ਰਕਾਸ਼ਮਾਨ ਹੋ ਜਾਂਦਾ ਹੈ। ਇਹਦਾ ਮਤਲਬ ਸਾਡੀ ਸੀ ਆਪਸ਼ਨ ਸਹੀ ਸੀ। ਚਲੋ ਜੀ 7th ਕੁਐਸਚਨ, ਬੇਟਾ ਜੀ ਇਹ ਤੁਹਾਡਾ ਐਕਸਪੈਰੀਮੈਂਟ ਵੀ ਹੈ। ਅ ਪੇਪਰ ਕਲਿੱਪ ਇਜ਼ ਹੈਂਗਿੰਗ ਇਨ ਏਅਰ, ਵਟ ਕੈਨ ਬੀ ਪੋਸੀਬਲ ਰੀਜ਼ਨ? ਇੱਕ ਕਾਗਜ਼ ਕਲਿੱਪ ਹਵਾ ਵਿੱਚ ਲਟਕ ਰਹੀ ਹੈ, ਇਸ ਦੀ ਸੰਭਵ ਕਾਰਨ ਕੀ ਹੋ ਸਕਦਾ ਹੈ? ਕਾਲਾ ਜਾਦੂ, ਬਲੈਕ ਮੈਜਿਕ। ਦੇਅਰ ਇਜ਼ ਅ ਮੈਗਨੇਟ ਇਨ ਅ ਪੇਪਰ ਕੱਪ, ਪੇਪਰ ਕੱਪ ਦੇ ਵਿੱਚ ਮੈਗਨੇਟ ਹੈ। ਦੇਅਰ ਇਜ਼ ਅ ਵਾਟਰ ਇਨ ਪੇਪਰ ਕੱਪ, ਦ ਵਾਟਰ ਇਨ ਦ ਪੇਪਰ ਕੱਪ ਇਜ਼ ਹੌਟ, ਪੇਪਰ ਕੱਪ ਦੇ ਵਿੱਚ ਪਾਣੀ ਹੈ ਤੇ ਪੇਪਰ ਕੱਪ ਦੇ ਵਿੱਚ ਜਿਹੜਾ ਪਾਣੀ ਹੈ ਜਾਂ ਤਾਂ ਗਰਮ ਹੈ। ਬੇਟਾ ਜੀ ਇਸ ਪੇਪਰ ਕੱਪ ਦੇ ਵਿੱਚ ਕੀ ਹੋਏਗਾ ਜਿਹੜਾ ਇਹ ਕੀ ਕਹਿੰਦੇ ਕਲਿੱਪ ਉੱਤੇ ਲਟਕ ਰਿਹਾ? ਬੇਟਾ ਜੀ ਇਸ ਪੇਪਰ ਕੱਪ ਦੇ ਵਿੱਚ ਚੁੰਬਕ ਹੋਏਗਾ। ਇਹਦਾ ਮਤਲਬ ਸਾਡਾ ਕਿਹੜੀ ਆਪਸ਼ਨ ਸਹੀ ਹੈ? ਸੈਕਿੰਡ ਆਪਸ਼ਨ। ਚਲੋ ਜੀ 8th ਕੁਐਸਚਨ ਦੀ ਗੱਲ ਕਰਦੇ ਹਾਂ। ਰਵੀ ਅਪੀਅਰਡ ਇਨ ਕਲਾਸ ਟੈਸਟ, ਰਵੀ ਦਾ ਕੀ ਹੋਇਆ ਜੀ? ਕਲਾਸ ਟੈਸਟ ਵੇਅਰ ਹੀ ਰੋਟ ਸਮ ਸਟੇਟਮੈਂਟਸ ਬਟ ਹੀ ਵਾਜ਼ ਕਨਫਿਊਜ਼ ਟੂ ਨੋ ਦ ਸਟੇਟਮੈਂਟ ਵਿਚ ਵਰ ਰਿਲੇਟਡ ਟੂ ਰਿਵਰਸੀਬਲ ਚੇਂਜਸ। ਰਿਵਰਸੀਬਲ ਚੇਂਜਸ ਕਿਹੜੇ ਹੁੰਦੇ ਆ? ਵੁੱਡ ਯੂ ਹੈਲਪ ਹਿਮ ਟੂ ਚੂਜ਼ ਆਊਟ ਦ ਫੋਲੋਇੰਗ। ਰਵੀ ਕਲਾਸ ਦੀ ਪ੍ਰੀਖਿਆ ਦੇ ਰਿਹਾ ਸੀ ਜਿੱਥੇ ਉਸਨੇ ਕੁਝ ਕਥਨ ਲਿਖੇ ਪਰੰਤੂ ਉਲਟਾਉਣਯੋਗ ਪਰਿਵਰਤਨਾਂ ਨਾਲ ਸੰਬੰਧਿਤ ਕਥਨਾਂ ਵਿੱਚ ਉਹ ਉਲਝ ਗਿਆ। ਕੀ ਤੁਸੀਂ ਹੇਠ ਲਿਖਿਆ ਵਿੱਚੋਂ ਚੋਣ ਕਰਨ ਵਿੱਚ ਉਸਦੀ ਮਦਦ ਕਰੋਗੇ? ਕਿਹੜੇ ਕਿਹੜੇ ਲਿਖੇ ਸੀ ਕਥਨ? ਆਓ ਪੜ੍ਹੀਏ। ਪਹਿਲਾ ਲਿਖਿਆ ਸੀ ਕਾਊ ਡੰਗ ਟੂ ਬਾਇਓਮਾਸ, ਮੇਕਿੰਗ ਚੀਜ਼ ਫਰੋਮ ਮਿਲਕ, ਗੋਬਰ ਤੋਂ ਬਾਇਓਗੈਸ ਬਣਾਉਣਾ, ਦੁੱਧ ਤੋਂ ਪਨੀਰ ਬਣਾਉਣਾ, ਵੈਦਰਿੰਗ ਆਫ ਰੌਕ, ਚੱਟਾਨਾਂ ਦਾ ਟੁੱਟਣਾ, ਫੋਲਡਿੰਗ ਆਫ ਡਰੈਸ ਟੂ ਪਾਸ ਥਰੂ ਦਾ ਵਾਟਰ ਲੌਜਡ ਏਰੀਆ, ਪਾਣੀ ਨਾਲ ਭਰੇ ਖੇਤਰ ਵਿੱਚ ਲੰਘਣ ਲਈ ਪਹਿਰਾਵੇ ਨੂੰ ਮੋੜਨਾ। ਬੇਟਾ ਜੀ ਇੱਕ ਗੱਲ ਮੇਰੀ ਸੁਣੋ, ਰਿਵਰਸੀਬਲ ਚੇਂਜ ਲਿਖਣਾ ਅਸੀਂ ਉਹ ਚੇਂਜ ਜਿਹੜਾ ਕੀ ਹੋ ਸਕੇ, ਉਲਟਾਇਆ ਜਾ ਸਕੇ। ਤਾਂ ਇਹਦਾ ਮਤਲਬ ਕਾਊ ਡੰਗ ਤੋਂ ਆਪਾਂ ਬਾਇਓਗੈਸ ਤੋਂ ਕਾਊ ਡੰਗ ਦੁਬਾਰਾ ਨਹੀਂ ਬਣਾ ਸਕਦੇ, ਦੁੱਧ ਤੋਂ ਅਸੀਂ ਪਨੀਰ ਨਹੀਂ ਦੁਬਾਰਾ ਦੁੱਧ ਤੋਂ ਪਨੀਰ ਬਣਾ ਸਕਦੇ ਹਾਂ ਪਰ ਪਨੀਰ ਤੋਂ ਦੁੱਧ ਨਹੀਂ ਬਣਾ ਸਕਦੇ, ਚਟਾਨਾਂ ਨੂੰ ਦੁਬਾਰਾ ਨਹੀਂ ਜੋੜ ਸਕਦੇ। ਤਾਂ ਕੀ ਕਰ ਸਕਦੇ ਹਾਂ ਕਿ ਜੇ ਅਸੀਂ ਆਪਣੀ ਡਰੈਸ ਨੂੰ ਮੋੜਾਂਗੇ ਤੇ ਉਹਨੂੰ ਸਹੀ ਦੁਬਾਰਾ ਕਰ ਸਕਦੇ ਹਾਂ, ਜਿੱਦਾਂ ਹੀ ਅਸੀਂ ਪਾਣੀ ਪਾਰ ਕਰ ਲਿਆ। ਇਹਦਾ ਮਤਲਬ ਸਾਡੀ ਕਿਹੜੀ ਆਪਸ਼ਨ ਸਹੀ ਹੈ? ਡੀ। ਚਲੋ ਜੀ 9th ਕੁਐਸਚਨ ਦੀ ਗੱਲ ਕਰਦੇ ਹਾਂ। ਸੋਨੀਆ saw that a solid ice cube placed in the glass turned into liquid after some time, what is the conversion called? ਸੋਨੀਆ ਨੇ ਵੇਖਿਆ ਕਿ ਉਸਦੇ ਗਲਾਸ ਵਿੱਚ ਰੱਖਿਆ ਠੋਸ ਬਰਫ਼ ਦਾ ਇੱਕ ਟੁਕੜਾ ਕੁਝ ਸਮੇਂ ਬਾਅਦ ਤਰਲ ਬਣ ਗਿਆ। ਇਸ ਤਬਦੀਲੀ ਨੂੰ ਕੀ ਕਹਿੰਦੇ ਹਨ? ਬੇਟਾ ਜੀ ਇਵੈਪੋਰੇਸ਼ਨ ਵਾਸ਼ਪੀਕਰਨ, ਕੰਡੈਂਸੇਸ਼ਨ, ਮੈਲਟਿੰਗ, ਫਰੀਜ਼ਿੰਗ। ਦੇਖੋ ਜੀ ਪਾਣੀ ਜਿਹੜਾ ਟੁਕੜਾ ਸੀ ਬਰਫ਼ ਦਾ ਉਹ ਪਿਘਲ ਗਿਆ ਤੇ ਪਿਘਲਣੇ ਨੂੰ ਕੀ ਕਹਿੰਦੇ ਆ ਜੀ? ਪਿਘਲਣੇ ਨੂੰ ਕਹਿੰਦੇ ਨੇ ਮੈਲਟਿੰਗ। ਚਲੋ ਜੀ 10th ਕੁਐਸਚਨ ਦੀ ਗੱਲ ਕਰਦੇ ਹਾਂ। ਰਾਜੂ ਹੀਟਡ ਐਨ ਆਇਰਨ ਰਿੰਗ, ਹੀ ਨੋਟਿਸ ਦ ਰਿੰਗ ਹੈਡ ਡੈਸ਼, ਦੈਨ ਦ ਰਿੰਗ ਕੂਲ ਡਾਊਨ ਐਂਡ ਰਾਜੂ ਨੋਟਿਸ ਦੈਟ ਰਿੰਗ ਹੈਡ। ਕਹਿੰਦਾ ਜੀ ਰਾਜੂ ਨੇ ਇੱਕ ਲੋਹੇ ਦੀ ਰਿੰਗ ਨੂੰ ਗਰਮ ਕੀਤਾ, ਦੇਖਿਆ ਕਿ ਰਿੰਗ ਡੈਸ਼, ਫਿਰ ਉਸਨੇ ਰਿੰਗ ਨੂੰ ਠੰਡਾ ਕੀਤਾ ਤੇ ਦੇਖਿਆ ਲੋਹੇ ਦੀ ਰਿੰਗ ਡੈਸ਼। ਇਹਦਾ ਕੀ ਉੱਤਰ ਡੈਸ਼ ਡੈਸ਼ 'ਚ ਅਸੀਂ ਕੀ ਭਰਨਾ? ਬੇਟਾ ਜੀ ਇਹ ਕੁਐਸਚਨ ਸੈਂਪਲ ਪੇਪਰ 'ਚ ਵੀ ਆਇਆ ਸੀ ਪਰ ਥੋੜ੍ਹਾ ਜਿਹਾ ਰਿੰਗ ਦੇ ਹਿਸਾਬ ਨਾਲ ਆਇਆ ਸੀ। ਸਭ ਤੋਂ ਪਹਿਲੇ ਜੋ ਤੁਸੀਂ ਲੋਹੇ ਨੂੰ ਗਰਮ ਕਰੋਗੇ ਤਾਂ ਉਹ ਐਕਸਪੈਂਡ ਹੋ ਜਾਏਗਾ ਜੀ, ਫੈਲ ਜਾਏਗਾ, ਪਰ ਜਦੋਂ ਤੁਸੀਂ ਉਹਨੂੰ ਠੰਡਾ ਕਰੋ ਤਾਂ ਉਹ ਕੀ ਕਰੇਗਾ? ਸੁੰਗੜ ਜਾਏਗਾ। ਇਹਦਾ ਮਤਲਬ ਸਾਡੀ ਕਿਹੜੀ ਆਪਸ਼ਨ ਸਹੀ ਹੈ? ਸਾਡੀ ਡੀ ਆਪਸ਼ਨ ਸਹੀ ਹੈ। ਚਲੋ ਜੀ 11ਵਾਂ ਕੁਐਸਚਨ ਕੀ ਹੈ? ਦਿਸ਼ਾ ਇਜ਼ ਸਿਟਿੰਗ ਔਨ ਅ ਮੈਰੀ ਗੋ ਰਾਊਂਡ। ਆ ਜੀ ਝੂਲਾ ਮੈਰੀ ਗੋ ਰਾਊਂਡ, ਠੀਕ ਹੈ। ਵਿਚ ਆਫ ਦ ਫੋਲੋਇੰਗ ਟਾਈਪ ਆਫ ਮੋਸ਼ਨ ਆਰ ਐਗਜ਼ੀਬਿਟਡ ਔਨ ਮੈਰੀ ਗੋ ਰਾਊਂਡ ਐਟ ਦ ਸੇਮ ਟਾਈਮ। ਦਿਸ਼ਾ ਇੱਕ ਮੈਰੀ ਗੋ ਰਾਊਂਡ 'ਤੇ ਬੈਠੀ, ਹੇਠ ਲਿਖਿਆ ਵਿੱਚੋਂ ਇੱਕੋ ਸਮੇਂ ਮੈਰੀ ਗੋ ਰਾਊਂਡ ਨੇ ਜਿਹੜੀ ਗਤੀ ਕੀਤੀ ਹੇਠ ਕਿਹੜੀਆਂ ਕਿਸਮਾਂ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ? ਦਿੱਤੀ ਹੈ ਜੀ ਆਪਸ਼ਨ ਸਾਡੇ ਕੋਲ ਰੋਟੇਸ਼ਨਲ ਜੀ ਮੋਸ਼ਨ, ਰੈਕਟੈਂਗੂਲਰ ਮੋਸ਼ਨ, ਰੈਕਟੀਲੀਨੀਅਰ ਮੋਸ਼ਨ ਜਾਂ ਸਰਕੂਲਰ ਮੋਸ਼ਨ, ਜਾਂ ਫਿਰ ਤੁਹਾਨੂੰ ਜੀ ਸਾਰੀਆਂ ਦਿੱਤੀਆਂ। ਪਰ ਹੁਣ ਅਸੀਂ ਤਾਂ ਆਪਣਾ ਸਹੀ ਉੱਤਰ ਲੱਭਣਾ ਹੈ ਨਾ ਜੀ। ਆਪਾਂ ਆਪਣਾ ਸਹੀ ਉੱਤਰ ਕੀ ਦੱਸਾਂਗੇ? ਇਹਨਾਂ ਚਾਰਾਂ 'ਚੋਂ ਸਹੀ ਉੱਤਰ ਕਿਹੜਾ ਹੋਏਗਾ?
ਡੀਅਰ ਸਟੂਡੈਂਟਸ ਜਦੋਂ ਆਪਾਂ ਮੈਰੀ ਗੋ ਰਾਊਂਡ 'ਤੇ ਬੈਠਾਂਗੇ ਤੇ ਜਿਹੜਾ ਜੀ ਘੁੰਮਣ ਗਤੀ ਦੇ ਨਾਲ ਨਾਲ ਕੀ ਹੋਏਗਾ, ਘੁੰਮਣ ਗਤੀ ਦੇ ਨਾਲ ਨਾਲ ਚੱਕਰਾ ਗਤੀ ਵੀ ਹੋਏਗੀ। ਠੀਕ ਹੈ ਡੀਅਰ ਸਟੂਡੈਂਟਸ, ਇਹਦਾ ਮਤਲਬ ਸਾਡੀ ਜਿਹੜੀ ਸਹੀ ਆਪਸ਼ਨ ਹੈ ਕੀ ਹੈ, ਸੀ, ਰੋਟੇਸ਼ਨਲ ਮੋਸ਼ਨ ਐਂਡ ਸਰਕੂਲਰ ਮੋਸ਼ਨ। ਚਲੋ ਜੀ 12ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਪ੍ਰਿਆ ਪੁੱਟ 2 drops of liquid on cooked rice due to which the color of rice turned blue black. What would you be the liquid? ਪ੍ਰਿਆ ਨੇ ਪਕਾਏ ਹੋਏ ਚਾਵਲਾਂ ਦੇ ਤਰਲ ਦੀਆਂ 2 ਬੂੰਦਾਂ ਪਾਈਆਂ ਜਿਸ ਨਾਲ ਚਾਵਲਾਂ ਦਾ ਰੰਗ ਨੀਲਾ ਕਾਲਾ ਹੋ ਗਿਆ। ਇਹ ਤਰਲ ਕੀ ਹੋ ਸਕਦਾ ਹੈ? ਵੈਜੀਟੇਬਲ ਆਇਲ, ਆਇਓਡੀਨ ਆਇਲ, ਵਨਸਪਤੀ ਤੇਲ, ਆਇਓਡੀਨ ਦਾ ਘੋਲ, ਸੌਲਟ ਸੋਲਿਊਸ਼ਨ, ਨਮਕ ਦਾ ਘੋਲ, ਨਨ ਆਫ ਥੀਸ। ਤਾਂ ਬੇਟਾ ਜੀ ਕੀ ਹੋ ਸਕਦਾ ਹੈ? ਆਇਓਡੀਨ ਸੋਲਿਊਸ਼ਨ। ਜਦੋਂ ਆਇਓਡੀਨ ਦੀਆਂ ਬੂੰਦਾਂ ਅਸੀਂ ਪਾਉਂਦੇ ਹਾਂ ਤੇ ਜਿਹੜਾ ਕਲਰ ਕੀ ਹੋ ਜਾਂਦਾ ਹੈ? ਬਲੂ ਬਲੈਕ। ਚਲੋ ਡੀਅਰ ਸਟੂਡੈਂਟ 13ਵਾਂ ਕੁਐਸਚਨ ਕਰਦੇ ਹਾਂ। ਰੋਜ਼ ਪਲਾਂਟ ਬਿਲੋਂਗ ਟੂ ਵਿਚ ਕੈਟਾਗਰੀ? ਹਰਬ, ਸ਼ਰਬ, ਟਰੀ, ਨਨ ਆਫ ਥੀਸ। ਗੁਲਾਬ ਦਾ ਪੌਦਾ ਕਿਸ ਸ਼੍ਰੇਣੀ ਨਾਲ ਸੰਬੰਧਿਤ ਹੈ? ਬੂਟੀ, ਝਾੜੀ, ਰੁੱਖ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੇਟਾ ਜੀ ਸ਼ਰਬ ਹੁੰਦਾ ਹੈ। ਕੀ ਹੁੰਦਾ ਜੀ? ਜਿਹੜਾ ਗੁਲਾਬ ਦਾ ਪੌਦਾ ਹੈ ਉਹ ਕੀ ਹੁੰਦਾ? ਸ਼ਰਬ। ਕੀ ਹੁੰਦਾ ਜੀ? ਸ਼ਰਬ। ਚਲੋ ਜੀ 14ਵਾਂ ਕੁਐਸਚਨ। ਅ ਮਿਨਰਲ ਰਿਕੁਆਇਰਡ ਫॉर ਕੀਪਿੰਗ ਆਵਰ ਬੋਨਸ ਹੈਲਦੀ। ਸਾਡੀਆਂ ਹੱਡੀਆਂ ਲਈ ਜ਼ਰੂਰੀ ਇੱਕ ਖਣਿਜ ਹੈ, ਕਿਹੜਾ ਚਾਹੀਦਾ ਉਹ? ਕੈਲਸ਼ੀਅਮ, ਆਇਓਡੀਨ, ਆਇਰਨ, ਨਨ ਆਫ ਥੀਸ। ਕੀ ਚਾਹੀਦਾ ਹੱਡੀਆਂ ਨੂੰ ਮਜ਼ਬੂਤ ਕਰਨ ਲਈ? ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੈਲਸ਼ੀਅਮ ਚਾਹੀਦਾ ਹੈ। ਠੀਕ ਹੈ ਪਿਆਰੇ ਵਿਦਿਆਰਥੀਓ। ਚਲੋ ਜੀ ਰੀਟਾ ਹੈਜ਼ ਅ ਕਾਓ, ਇਟ ਕੰਜ਼ਿਊਮ ਗ੍ਰਾਸ ਐਜ਼ ਇਟਸ ਮੇਨ ਡਾਈਟ। ਵਟ ਕੈਨ ਬੀ ਸੈਡ ਅਬਾਊਟ ਦ ਕਾਓ? ਰੀਟਾ ਦੇ ਕੋਲ ਇੱਕ ਗਾਂ ਹੈ, ਉਹ ਆਪਣੀ ਮੁੱਖ ਖੁਰਾਕ ਦੇ ਤੌਰ 'ਤੇ ਘਾਹ ਖਾਂਦੀ है। गां बारे की किया जा सकता है? रीटा के पास एक गाय है, वह अपनी खुराक के तौर पर घास खाती है। बेटा जी इत्थे मैं तुहानूं दसना चाहनी हाँ कि ਜਿਹੜੇ ਹਰਬੀਵੋਰ ਹੁੰਦੇ ਆ ਉਹ ਸਿਰਫ ਕੀ ਖਾਂਦੇ ਨੇ? ਪੌਦੇ, ਮਤਲਬ ਜਿੱਦਾਂ ਘਾਹ ਵਗੈਰਾ। ਓਮਨੀਵੋਰ ਖਾਂਦੇ ਨੇ ਮਾਸ ਵੀ ਤੇ ਘਾਹ ਵੀ। ਤੇ ਕਾਰਨੀਵੋਰ ਕੀ ਖਾਂਦੇ ਨੇ? ਕਾਰਨੀਵੋਰ ਕੀ ਹੁੰਦੇ? ਮਾਸਾਹਾਰੀ। ਹੁਣ ਜਿਹੜੀ ਗਾਂ ਹੈ ਉਹ ਸਿਰਫ ਕੀ ਖਾਂਦੀ ਹੈ ਜੀ? ਸਿਰਫ ਘਾਹ। ਇਹਦਾ ਮਤਲਬ ਉਹ ਕੀ ਹੋਈ? ਇਟ ਇਜ਼ ਹਰਬੀਵੋਰ। ਉਹ ਕੀ ਹੋਈ ਜੀ? ਸ਼ਾਕਾਹਾਰੀ। ਚਲੋ ਜੀ 16 क्वेश्चन की है। सचिन वॉन्ट टू नो दैट विच ऑफ द फॉलोइंग आर नॉन लिविंग थिंग्स। सचिन जानना चाहता कि हेठ लिखिया विचों किहड़ियां निर्जीव वस्तुआं है। बेटा जी जिहड़ी निर्जीव वस्तु हुंदी है ना वो साह लैंदी है, है ना जी। किश्ती साह लैंदी है, बोट, फैन साह लैंदा नहीं, पैन साह लैंदा नहीं। ਇਹਦਾ ਮਤਲਬ ਇਹ ਸਾਰੀਆਂ ਕੀ ਨੇ? ਇਹ ਸਾਰੀਆਂ ਨਿਰਜੀਵ ਵਸਤੂਆਂ ਹਨ, ਯਾਨੀ all of above। ਕੀ ਹੈ ਜੀ? all of above। ਚਲੋ ਜੀ 17ਵਾਂ ਕੁਐਸਚਨ। ਐਨ ਇਲੈਕਟ੍ਰੀਸ਼ੀਅਨ ਯੂਜ਼ਡ ਰਬੜ ਗਲਵਜ਼ ਵਾਈਲ ਰਿਪੇਅਰਿੰਗ ਇਲੈਕਟ੍ਰਿਕ ਸਵਿਚ ਬਿਕੋਜ਼ ਰਬੜ ਗਲਵਜ਼ ਆਰ। ਬਿਜਲੀ ਦੇ ਮਿਸਤਰੀ ਬਿਜਲੀ ਦੇ ਸਵਿਚ ਦੀ ਮੁਰੰਮਤ ਕਰਦੇ ਸਮੇਂ ਰਬੜ ਦੇ ਦਸਤਾਨੇ ਪਹਿਨਦਾ ਹੈ ਕਿਉਂਕਿ ਰਬੜ ਦੇ ਦਸਤਾਨੇ ਡੈਸ਼ ਹੁੰਦੇ ਹਨ। ਬੇਟਾ ਜੀ ਗੁੱਡ ਕੰਡਕਟਰ, ਬਿਜਲੀ ਦੇ ਸੁਚਾਲਕ, ਇੰਸੂਲੇਟਰ, ਬਿਜਲੀ ਦੇ ਰੋਧਕ, ਚੀਪ, ਨਨ ਆਫ ਥੀਸ। ਤੁਹਾਨੂੰ ਵੀ ਪਤਾ ਹੈ ਪਿਆਰੇ ਵਿਦਿਆਰਥੀਓ ਕਿ ਜਿਹੜੀ ਚੀਜ਼ 'ਚੋਂ ਬਿਜਲੀ ਨਹੀਂ ਲੰਘਦੀ ਉਹ ਕੀ ਹੁੰਦੀ ਹੈ ਜੀ? ਬਿਜਲੀ ਦੀ ਕੁਚਾਲਕ। ਤੇ ਜਿਹੜੀ ਚੀਜ਼ ਤੋਂ ਬਿਜਲੀ ਲੰਘ ਜਾਂਦੀ ਉਹ ਬਿਜਲੀ ਦੀ ਸੁਚਾਲਕ। ਜਿਹੜੇ ਰਬੜ ਦੇ ਗਲਵਜ਼ ਹੈ ਉਹ ਬਿਜਲੀ ਦੇ ਰੋਧਕ ਹੁੰਦੇ ਨੇ ਤਾਂ ਕਿ ਜਦੋਂ ਕੋਈ ਬਿਜਲੀ ਦਾ ਕੰਮ ਕਰ ਰਿਹਾ ਤੇ ਉਹ 'ਚੋਂ ਬਿਜਲੀ ਨਾ ਲੱਗੇ ਤੇ ਉਹਨਾਂ ਨੂੰ ਕਰੰਟ ਨਾ ਲੱਗੇ। ठीक है डियर स्टूडेंट्स। चलो जी अगे करते हैं 18th क्वेश्चन की गल। द आर्टिफिशियल मैगनेट यूज टू डिटेक्ट द डायरैक्शन इन द लैबोरेटरी। बनौटी चुंबक जिसनों प्रयोगशाला विच दिशा पता करने लई वरतिया जाता है। यू शेप्ड मूंगन मैगनेट, यू आकार का चुंबक, हॉर्स शू मैगनेट, नाल चुंबक, इलैक्ट्रोमैगनेट, बिजली चुंबक, मैगनेटिक कंपस। तो बेटा जी असी लैबोरेटरी च किनू यूज़ करते हैं जी? असी लैबोरेटरी च यूज़ करते हैं मैगनेटिक कंपस नू, चुंबकी कंपस नू। ठीक है जी। चलो जी 19th क्वेश्चन। दलीप केयरफुली वॉचेज अ बल्ब। हाउ मैनी टर्मिनल्स ऑफ फिलामेंट डज ही नोटिस। दलीप ध्यान नाल एक बल्ब नू देखदा है, उसनू किन्ने टर्मिनल अते फिलामेंट दिखाई दिंदे ने। बेटा जी तुहानू भी पता है कि बल्ब दे विच साडे को की हुंदा है जी? बल्ब दे साडे को 2 टर्मिनल हुंदे आ, रिन टर्मिनल ते की हुंदा जी साडे को? धन टर्मिनल। पर जे आप गल करिए कि ये फिलामेंट की तो ये फिलामेंट एक हुंदा है। ਇਹਦਾ मतलब साडी ऑप्शन किहड़ी सही हुई? 2 टर्मिनल्स 1 फिलामेंट, 2 टर्मिनल्स 2 फिलामेंट, मल्टीपल टर्मिनल सिंगल फिलामेंट। साडी किहड़ी ऑप्शन सही हुई जी?
ए किहड़ी ऑप्शन सही हुई ए 2 टर्मिनल्स 1 फिलामेंट। 20वां क्वेश्चन है रानी वॉन्ट्स टू कन्वर्ट 4 किलोमीटर इनटू मीटर्स वट इज़ द करैक्ट ऑप्शन फॉर द हर कन्वर्शन। रानी 4 किलोमीटर ਨੂੰ 1 मीटर ਵਿੱਚ ਬਦਲਣਾ ਚਾਹੁੰਦੀ ਹੈ, ਇਹਨਾਂ ਵਿੱਚੋਂ ਕਿਹੜਾ ਵਿਕਲਪ ਉਸਨੇ ਬਦਲਣ ਲਈ ਸਹੀ ਹੈ। ਡੀਅਰ ਸਟੂਡੈਂਟਸ ਮੈਨੂੰ ਇੱਕ ਗੱਲ ਦੱਸਣੀ ਤੁਸੀਂ 1 ਮੀਟਰ ਬਰਾਬਰ ਹੁੰਦਾ ਹੈ 1000 ਜਿਹੜਾ 1 ਕਿਲੋਮੀਟਰ ਹੈ ਉਹ ਬਰਾਬਰ ਹੁੰਦਾ ਹੈ 1000 ਮੀਟਰ ਦੇ। ਇਹਦਾ ਮਤਲਬ 4 ਕਿਲੋਮੀਟਰ ਨੂੰ 1000 ਮੀਟਰ 'ਚ ਬਦਲ ਲਈ ਅਸੀਂ 1000 ਨਾਲ ਕੀ ਕਰਾਂਗੇ ਗੁਣਾ, यानी साडा आंसर की आ जाएगा 4000 मीटर। ਇਹਦਾ मतलब एक ए ऑप्शन भी नहीं सही, बी भी नहीं 40000 भी नहीं सही, सी ऑप्शन इज राइट 4000 मीटर। ठीक है डियर स्टूडेंट्स, आ वाला लगना है जी 1 किलोमीटर बराबर 1000 मीटर। सो इस तरह डियर स्टूडेंट्स तुहाडा पेपर सी साइंस का 6वीं का बहुत ही ईजी पेपर सी। उम्मीद करती हाँ कि तुहानूं आंसर समझ आ गए होंगे। जल्दी जल्दी अपने नंबर मैनू कमेंट बॉक्स च लिख दो कि किन्ने नंबर आए हैं ताकि असी चैक कर सकीए। सो टिल दैन गुड बाय डियर स्टूडेंट्स, टेक केयर।